ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਉਚਾਰਨ ਕਰੀਏ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ। ਆਪਾਂ ਸਾਰਿਆਂ ਨੂੰ ਗੁਰੂ ਜੀ ਨੇ ਆਪ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਦਇਆ ਕਰਕੇ ਆਪਣੀ ਹਜ਼ੂਰੀ ਦੇ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਅੱਜ ਸੰਗਤਾਂ ਨੇ ਦਿਨੇ ਬੜੇ ਪ੍ਰੇਮ ਨਾਲ ਮਨਾਏ, ਆਪਾਂ ਹੁਣ ਵੀ ਮਨਾ ਰਹੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਨ ਜਲੌ ਵੀ ਸੱਜਦੇ ਹਨ। ਅੱਜ ਹਰਿਮੰਦਰ ਸਾਹਿਬ ਵਿਖੇ ਜਲੌ ਵੀ ਸੱਜੇ। ਸੰਗਤਾਂ ਨੇ ਗੁਰੂ ਘਰ ਵਿੱਚ ਨਮਸਕਾਰ ਕਰਕੇ ਆਪਣੇ ਪੁੰਨਾਂ ਵਿੱਚ ਵਾਧਾ ਕੀਤਾ ਹੈ। ਬਾਬਾ ਜੀ ਦਾ ਹੁਕਮ ਹੋਇਆ ਕੁਝ ਸਮਾਂ ਗੁਰਤਾ ਗੱਦੀ ਦਾ ਪ੍ਰਸੰਗ ਸੁਣਾ ਕੇ ਫਿਰ ਬਾਬਾ ਜੀ ਕੀਰਤਨ ਕਰਨਗੇ। ਆਓ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਸੰਗਤ ਦੀ ਕਿਣਕਾ ਪ੍ਰਾਪਤ ਹੋਇਆ। ਕਈ ਵਿਦਵਾਨ ਗੁਰਮੁਖ ਪਿਆਰੇ ਜਿਨ੍ਹਾਂ ਸੰਗਤ ਤੇ ਨਹੀਂ ਕੀਤੀ ਹੁੰਦੀ ਪਰ ਕਥਾ ਕਰਦੇ ਆ, ਉਹ ਇਹ ਗੱਲ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਹੁਕਮ ਮੰਨਿਆ ਤੇ ਉਹ ਗੁਰੂ ਬਣ ਗਏ। ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਉਹ ਗੁਰੂ ਬਣ ਗਏ। ਗੁਰੂ ਰਾਮਦਾਸ ਜੀ ਨੇ ਨਿਮਰਤਾ ਧਾਰਨ ਕੀਤੀ ਰੱਖੀ ਤਾਂ ਉਹ ਗੁਰੂ ਬਣ ਗਏ। ਗੁਰੂ ਅਰਜਨ ਦੇਵ ਜੀ ਨੇ ਸਤ ਬਚਨ ਕੀਤਾ ਤੇ ਉਹ ਗੁਰੂ ਬਣ ਗਏ। ਪਰ ਜੋ ਮਹਾਂਪੁਰਖਾਂ ਕੋਲੋਂ ਸਿੱਖਿਆ ਪ੍ਰਾਪਤ ਹੋਈ ਹੈ, ਸੰਗਤ ਜੀ ਸੇਵਾ ਤੇ ਸਿਮਰਨ ਕਰਕੇ ਸਿੱਖ ਬਣਿਆ ਜਾਂਦਾ ਹੈ। ਸੇਵਾ ਤੇ ਸਿਮਰਨ ਕਰਕੇ ਗੁਰੂ ਨਹੀਂ ਬਣਿਆ ਜਾਂਦਾ। ਕੋਈ ਵੀ ਸਿੱਖ ਹੈ, ਆਪਾਂ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ ਗੁਰੂ ਸਾਹਿਬ ਜੀ ਦੇ ਸਿੱਖ ਬਣਨ ਵਾਸਤੇ। ਸਿੱਖ ਦਾ ਉਂਝ ਪੰਜਾਬੀ ਵਿੱਚ ਆਪਾਂ ਇਹ ਅਰਥ ਕਰਦੇ ਹਾਂ ਸਿਖਿਆਰਥੀ, ਸਿੱਖਣ ਵਾਲਾ। ਪਰ ਸੰਸਕ੍ਰਿਤ ਦੇ ਵਿੱਚ ਸਿੱਖ ਦਾ ਅਰਥ ਹੈ ਜਿਹਦੇ ਉੱਤੇ ਗੁਰੂ ਦਾ ਹੁਕਮ ਚੱਲਦਾ ਹੋਵੇ। ਜਿਸ ਉੱਤੇ ਗੁਰੂ ਦਾ ਹੁਕਮ ਚੱਲੇ ਉਹਨੂੰ ਸੰਸਕ੍ਰਿਤ ਵਿੱਚ ਸਿੱਖ ਕਹਿੰਦੇ ਆ। ਸੇਵਾ ਤੇ ਸਿਮਰਨ ਕਰਕੇ ਸੰਗਤ ਜੀ ਸਿੱਖ ਬਣਿਆ ਜਾਂਦਾ ਹੈ। ਸੇਵਾ ਤੇ ਸਿਮਰਨ ਕਰਕੇ ਗੁਰੂ ਨਹੀਂ ਬਣਿਆ ਜਾਂਦਾ। ਗੁਰੂ ਧੁਰੋਂ ਹੀ ਆਉਂਦੇ ਨੇ। ਗੁਰਤਾ ਗੱਦੀ ਤੇ ਕਿੰਨੇ ਸੱਜਣਾ ਹੈ, ਇਹ ਫੈਸਲਾ ਇਸ ਧਰਤੀ ਦਾ ਨਹੀਂ ਹੈ, ਇਹ ਧੁਰ ਦਰਗਾਹ ਦਾ ਫੈਸਲਾ ਹੈ। ਅਸੀਂ ਕਵਾਂਗੇ ਵੀ ਗੁਰੂ ਅਮਰਦਾਸ ਸਾਹਿਬ ਨੇ ਸੇਵਾ ਕੀਤੀ, ਗੁਰੂ ਰਾਮਦਾਸ ਸਾਹਿਬ ਨੇ ਕੀਤੀ, ਗੁਰੂ ਅਰਜਨ ਸਾਹਿਬ ਨੇ ਕੀਤੀ। ਜਿਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਸੱਜੇ, ਸਤਿਗੁਰੂ ਜੀ ਦੀ 11 ਸਾਲ ਦੀ ਸਰੀਰਕ ਅਵਸਥਾ ਸੀਗੀ ਜੀ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਦੇਖੀਏ, ਕੋਈ ਸੇਵਾ ਦਾ ਪ੍ਰਸੰਗ ਕੋਈ ਖਾਸ ਨਹੀਂ ਮਿਲਦਾ। ਇਸ ਕਰਕੇ ਇਹ ਕਹਿਣਾ ਵੀ ਸੇਵਾ ਕਰਕੇ ਜਾਂ ਸਿਮਰਨ ਕਰਕੇ ਗੁਰਤਾ ਗੱਦੀ ਦੇ ਪਦਵੀ ਤੇ ਕੋਈ ਬੈਠ ਗਿਆ, ਨਹੀਂ। ਸਾਧ ਸੰਗਤ ਜੀ, ਗੁਰੂ ਧੁਰੋਂ ਹੀ ਆਉਂਦਾ ਹੈ।
ਗੁਰੂ ਧੁਰੋਂ ਹੀ ਹੈ। ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਗਏ ਹੈ, ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਹੈ, ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਇਹ ਵੀ ਕਿਹਾ ਸੀ, ਤੁਹਾਡੇ ਘਰ ਗੁਰਤਾ ਗੱਦੀ ਦਾ ਮਾਲਕ ਆਏਗਾ। ਇਹ ਵੀ ਬਚਨ ਨਾਲ ਹੀ ਕਹੇ ਵੀ ਗੁਰਤਾ ਗੱਦੀ ਦਾ ਮਾਲਕ ਆਏਗਾ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਮੇਲ ਮਿਲਾਪ ਪੜ੍ਹਦੇ ਆ, ਬਾਬਾ ਬੁੱਢਾ ਸਾਹਿਬ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਆਰ ਪੜ੍ਹਦੇ ਆ, ਸੁਣਦੇ ਆ, ਉਹ ਵੀ ਇੱਕ ਵਿਲੱਖਣ ਹੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੀ ਗੱਲ ਚੱਲੀ ਨਾ, ਪੜ੍ਹਾਉਣ ਦੀ ਗੱਲ ਚੱਲੀ, ਭਾਈ ਸੰਤੋਖ ਸਿੰਘ ਜੀ ਨੇ ਬੜਾ ਸੋਹਣਾ ਪ੍ਰਸੰਗ ਲਿਖਿਆ। ਉਹ ਕਹਿੰਦੇ ਆ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਮਹਾਦੇਵ ਜੀ ਨੂੰ ਕੋਲ ਸੱਦਿਆ। ਬਾਬਾ ਮਹਾਦੇਵ ਜੀ ਸਤਿਗੁਰੂ ਜੀ ਦੇ ਵੱਡੇ ਭਰਾਤਾ। ਮਹਾਰਾਜ ਬਾਬਾ ਮਹਾਦੇਵ ਜੀ ਨੂੰ ਕਹਿੰਦੇ ਆ ਵੀ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਬੰਧ ਕਰੀਏ, ਕੋਈ ਪੜ੍ਹਨ ਭੇਜਣਾ, ਕਿਸ ਕੋਲ ਭੇਜੀਏ? ਤੇ ਬਾਬਾ ਮਹਾਦੇਵ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਆਪ ਸਮਰੱਥ ਹੋ, ਮੈਂ ਆਪ ਜੀ ਨੂੰ ਕੀ ਦੱਸ ਸਕਦਾ ਹਾਂ, ਪਰ ਜੇ ਆਪ ਜੀ ਨੇ ਪੁੱਛਿਆ ਤੇ ਮਹਾਰਾਜ ਮੈਂ ਬੇਨਤੀ ਕਰ ਦਿੰਦਾ, ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜ ਦਈਏ। ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਹੀ ਸਤਿਕਾਰ ਗੁਰੂ ਘਰ 'ਚ, ਬਹੁਤ ਸਤਿਕਾਰ। 5 ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਲੈਣ ਭੇਜੇ ਜੀ। ਤੁਸੀਂ ਅੰਦਾਜ਼ਾ ਲਾਓ, ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਦੋਂ ਗੁਰੂ ਘਰੋਂ ਅਸੀਂ ਆਪਣੇ ਘਰ ਲਿਆਉਣੇ ਹੋਣ, ਘੱਟੋ ਘੱਟ 5 ਸਿੱਖ ਚਾਹੀਦੇ, 5 ਸਿੰਘ ਚਾਹੀਦੇ। ਗੁਰੂ ਅਰਜਨ ਦੇਵ ਜੀ ਨੇ 5 ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਲੈਣ ਭੇਜੇ ਆ। ਇੱਥੋਂ ਅੰਦਾਜ਼ਾ ਲਾਓ ਵੀ ਬਾਬਾ ਬੁੱਢਾ ਸਾਹਿਬ ਕਿੱਡੇ ਵੱਡੇ ਹੋਣਗੇ। ਬਾਬਾ ਬੁੱਢਾ ਸਾਹਿਬ ਜੀ ਆਏ ਆ, ਪਰ 5 ਸਿੱਖ ਖਾਲੀ ਹੱਥ ਨਹੀਂ ਸੀ ਸੱਚੇ ਪਾਤਸ਼ਾਹ ਨੇ ਭੇਜੇ। ਗੁਰੂ ਸਾਹਿਬ ਨੇ ਜੁਗਤ ਆਪ ਕਰਕੇ ਦੱਸੀ ਹੈ, ਸਾਨੂੰ ਜੁਗਤ ਪਤਾ ਲੱਗਦੀ ਹੈ। ਮਹਾਰਾਜ ਨੇ ਕਿਹਾ ਸੀ ਪ੍ਰਸ਼ਾਦ ਲੈ ਕੇ ਜਾਣਾ ਬਾਬਾ ਬੁੱਢਾ ਸਾਹਿਬ ਵਾਸਤੇ, ਖਾਲੀ ਹੱਥ ਨਹੀਂ ਜਾਣਾ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸਿੱਖ ਗਏ, ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ। ਤੇ ਬਾਬਾ ਬੁੱਢਾ ਸਾਹਿਬ ਕੋਈ ਤਿਆਰਾ ਨਹੀਂ, ਉਸੇ ਵੇਲੇ ਹੀ ਉਹਨਾਂ ਸਿੱਖਾਂ ਨਾਲ ਤੁਰ ਪਏ। ਮੇਰੇ ਸਤਿਗੁਰੂ ਜੀ ਨੇ ਮੈਨੂੰ ਯਾਦ ਕੀਤਾ। ਬਾਬਾ ਬੁੱਢਾ ਸਾਹਿਬ ਆਏ, ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਹਰਗੋਬਿੰਦ ਸਾਹਿਬ ਜੀ ਨੂੰ ਵਿੱਦਿਆ ਤੁਸੀਂ ਪੜ੍ਹਾਓਗੇ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਨਿਮਰਤਾ। ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਮੈਂ ਆਪ ਜੀ ਦੇ ਘਰ ਵਿੱਚ ਝਾੜੂ ਫੇਰਨ ਵਾਲਾ ਹਾਂ। ਕਿੰਨੀ ਨਿਮਰਤਾ ਬਾਬਾ ਬੁੱਢਾ ਜੀ ਦੀ। ਭਾਈ ਗੁਰਦਾਸ ਜੀ ਲਿਖਦੇ ਨਾ, ਗੁਰਮਤਿ ਹਿਰਦੈ ਗਰੀਬੀ ਆਵੈ। ਮਹਾਰਾਜ ਮੈਂ ਝਾੜੂ ਫੇਰਨ ਵਾਲਾ, ਸੱਚੇ ਪਾਤਸ਼ਾਹ ਮੈਨੂੰ ਪਤਾ ਹੀ ਨਹੀਂ ਵਿੱਦਿਆ ਕੀ ਹੁੰਦੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੀ ਬਚਪਨ ਵਿੱਚ ਬੁੱਢੇ ਕਿਵੇਂ ਬਣਨਾ ਇਹ ਵਿੱਦਿਆ ਸਿਖਾ ਦਿਓ। ਕਹਿਣ ਲੱਗੇ ਬਚਪਨ 'ਚ ਬੁੱਢੇ ਕਿਵੇਂ ਬਣੀਦਾ। ਸੰਗਤ ਜੀ 65 ਤਰ੍ਹਾਂ ਦੀ ਵਿੱਦਿਆ ਫਿਰ ਬਾਬਾ ਬੁੱਢਾ ਜੀ ਨੇ ਬਾਹਰੀ ਤੌਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਤੀ ਜੀ। 65 ਤਰ੍ਹਾਂ ਦੀ ਵਿੱਦਿਆ, ਉਹਦੇ ਵਿੱਚ ਹੀ ਸ਼ਸਤਰਾਂ ਦੀ ਹੈ, ਉਹਦੇ ਵਿੱਚ ਹੀ ਘੋੜ ਸਵਾਰੀ ਦੀ ਹੈ, ਗੁਰਬਾਣੀ ਦੀ ਵੀ ਵਿੱਦਿਆ ਉਹਦੇ ਵਿੱਚ ਆਉਂਦੀ ਹੈ ਜੀ। ਤੇ ਸਮਾਂ ਐਸਾ ਬਣਿਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਜਾਣਾ। ਉਸ ਸਮੇਂ ਵੀ ਮਹਾਰਾਜ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕੇਵਲ ਦੱਸਿਆ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਿਨੇ ਜਾਣਾ ਹੈ ਸੰਗਤ ਜੀ ਲਾਹੌਰ, ਤੇ ਰਾਤ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ।
ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਪਾਸ ਬੁਲਾ ਕੇ ਕੋਠਾ ਸਾਹਿਬ ਸੱਦਿਆ, ਜਿੱਥੇ ਸੁਖਾਸਨ ਸਥਾਨ ਹੈ। ਉਸ ਸਥਾਨ ਤੇ ਸੱਦ ਕੇ ਆਖਿਆ, ਅਸੀਂ ਜਾਣਾ ਤੇ ਬਚਨ ਕੀਤੇ, ਉੱਥੇ ਸ਼ਹੀਦ ਹੋਣਾ, ਪਰਤ ਕੇ ਸਰੀਰ ਕਰਕੇ ਵਾਪਸ ਨਹੀਂ ਆਉਣਾ। ਸਾਡੇ ਪਿੱਛੋਂ ਗੁਰਤਾ ਗੱਦੀ ਇਹ ਜਿਹੜੀ ਹੈ ਇਹ ਹਰਗੋਬਿੰਦ ਜੀ ਨੂੰ ਦੇਣੀ ਹੈ। ਸੰਗਤਾਂ ਦੇ ਵਿੱਚ ਤਖਤ ਲਾ ਕੇ ਹਰਗੋਬਿੰਦ ਸਾਹਿਬ ਜੀ ਨੂੰ ਬਿਠਾਉਣਾ ਹੈ ਤੁਸਾਂ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਸਤਿਗੁਰਾਂ ਨੇ ਇਹ ਵੀ ਕਿਹਾ ਸੀ ਵੀ ਇਹ ਬਚਨ ਅਜੇ ਗੋਪ ਰੱਖਣਾ, ਅਜੇ ਗੁਪਤ ਰੱਖਣਾ। ਜਦੋਂ ਸਮਾਂ ਆਏਗਾ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਬਖਸ਼ਿਸ਼ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਉਦੋਂ ਹੀ ਸਾਰੀ ਕਰ ਦਿੱਤੀ ਸੀ। ਪਰ ਬਚਨ ਜਦੋਂ ਬਚਨ ਕਰਤਾ ਤੇ ਬਚਨ ਦੇ ਨਾਲ ਹੀ ਸਾਰੀ ਬਖਸ਼ਿਸ਼ ਕਰ ਦਿੱਤੀ ਸੱਚੇ ਪਾਤਸ਼ਾਹ। ਆਖਿਆ ਬਾਬਾ ਜੀ ਇਹ ਬਚਨ ਅਜੇ ਗੁਪਤ ਰੱਖਣਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ। ਦਿਨੇ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਆ, ਸਾਰੀ ਸੰਗਤ ਨੂੰ ਇਸ਼ਾਰਾ ਤੇ ਮਹਾਰਾਜ ਨੇ ਕਰ ਦਿੱਤਾ ਜੀ। ਇਸ਼ਾਰੇ ਰੂਪ ਵਿੱਚ ਬਚਨ ਕੀਤਾ, ਸਾਰੀ ਸੰਗਤ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਵਿੱਚ ਰਹਿਣਾ। ਸਾਰੀ ਸੰਗਤ ਨੂੰ ਆਖਿਆ ਤੇ ਅਗਲਾ ਬਚਨ ਬੜੇ ਧਿਆਨ ਨਾਲ ਸੁਣਿਓ। ਸਾਰੀ ਸੰਗਤ ਹਰਗੋਬਿੰਦ ਸਾਹਿਬ ਜੀ ਅਨੁਸਾਰ ਰਹਿਣਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾਸ ਸੱਦ ਕੇ ਪਤਾ ਸਤਿਗੁਰੂ ਕੀ ਕਹਿਣ ਲੱਗੇ। ਕਹਿੰਦੇ ਹਰਗੋਬਿੰਦ ਜੀ ਤੁਸੀਂ ਬਾਬਾ ਬੁੱਢਾ ਜੀ ਦੇ ਅਨੁਸਾਰ ਰਹਿਣਾ। ਕਹਿਣ ਲੱਗੇ ਤੁਸੀਂ ਬਾਬਾ ਜੀ ਦੇ ਅਨੁਸਾਰ ਰਹਿਣਾ। ਜੋ ਬਾਬਾ ਜੀ ਕਹਿ ਦੇਣ ਉਹਨੂੰ ਸਤ ਬਚਨ ਕਰਕੇ ਮੰਨਣਾ। ਕਿੰਨਾ ਸਤਿਕਾਰ ਜੀ। ਤੁਸੀਂ ਬਾਬਾ ਜੀ ਦੇ ਅਨੁਸਾਰ ਰਹਿਣਾ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਮਹਾਰਾਜ ਨੇ ਬਚਨ ਕੀਤਾ, ਹਰਗੋਬਿੰਦ ਜੀ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਜੀ ਹਨ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਵਿੱਚ ਤੇ ਗੁਰੂ ਨਾਨਕ ਸਾਹਿਬ 'ਚ ਫਰਕ ਨਹੀਂ ਜਾਣਨਾ, ਇਹ ਗੁਰੂ ਨਾਨਕ ਦੇਵ ਸਾਹਿਬ ਹੀ ਹਨ। ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਗਏ ਹੈ। ਲਾਹੌਰ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦ ਹੋਏ, ਸਿੱਖ ਆਏ ਹੈ। ਫਿਰ ਸਿੱਖਾਂ ਨੇ ਜਦੋਂ ਇੱਥੇ ਖਬਰ ਦੱਸੀ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਤਖਤ ਬਾਹਰ ਲਵਾਇਆ, ਚੰਦੋਆ ਸਾਹਿਬ ਲਵਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀਆਂ ਸੰਗਤਾਂ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਕਿ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿ ਕੇ ਗਏ ਨੇ ਗੁਰਤਾ ਗੱਦੀ ਹਰਗੋਬਿੰਦ ਸਾਹਿਬ ਜੀ ਦੀ ਹੈ। ਇਹ ਅੱਜ ਤੋਂ ਸਾਡੇ ਗੁਰੂ ਪਾਤਸ਼ਾਹ ਹਨ ਜੀ। ਸੰਗਤ ਜੀ ਤੁਸੀਂ ਅੰਦਾਜ਼ਾ ਲਾਓ, ਉਸ ਸਮੇਂ ਸਤਿਗੁਰੂ ਜੀ ਦੀ ਸਰੀਰਕ ਜਿਹੜੀ ਉਮਰ ਹੈ ਉਹ 11 ਸਾਲਾਂ ਦੀ ਹੈ। 1606 'ਚ ਗੁਰਤਾ ਗੱਦੀ ਮਿਲੀ ਮਹਾਰਾਜ ਨੂੰ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਪਤਾ ਕਿੰਨੀ ਹੈ? ਪੂਰੀ 1 ਸਦੀ ਦੀ। 1606 'ਚ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਸੱਜਦੇ ਆ। 1506 'ਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ ਹੈ ਜੀ। 1506 ਤੋਂ 1606 1 ਸਦੀ ਬਣ ਗਈ ਜੀ। ਇੱਥੇ ਉਮਰ ਦੀ ਵੀ ਗੱਲ ਕੋਈ ਨਹੀਂ। 11 ਸਾਲ ਦੀ ਅਵਸਥਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਸਭ ਤੋਂ ਪਹਿਲਾਂ ਜਿਸ ਬਜ਼ੁਰਗ ਮਹਾਂਪੁਰਖ ਨੇ ਨਮਸਕਾਰ ਕੀਤੀ ਉਹ 1 ਸਦੀ ਦੇ ਨੇ ਜੀ। ਪਰਿਕਰਮਾ ਕੀਤੀ ਹੈ 1 ਸਦੀ ਦੇ। ਔਰ ਬਾਬਾ ਬੁੱਢਾ ਸਾਹਿਬ ਨੇ ਕਿਤੇ ਇਹ ਗੱਲ ਨਹੀਂ ਵਿਚਾਰੀ ਇਹਨਾਂ ਦਾ ਤੇ ਉਸਤਾਦ ਮੈਂ, ਇਹਨਾਂ ਨੂੰ ਤਾਂ ਵਿਦਿਆ ਮੈਂ ਪੜ੍ਹਾਈ ਹੈ। ਬਲਕਿ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਉਦੋਂ ਹੀ ਮਾਤਾ ਗੰਗਾ ਜੀ ਨੂੰ ਕਿਹਾ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਾ ਬਚਨ ਕੀਤਾ, ਉਦੋਂ ਹੀ ਬਚਨ ਕਰ ਦਿੱਤਾ ਸੀ ਗੁਰਤਾ ਗੱਦੀ ਦੇ ਮਾਲਕ ਆ ਰਹੇ ਨੇ। ਸੋ ਇਹ ਦਾਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੁਰੋਂ ਹੀ ਲੈ ਕੇ ਆਏ। ਧੁਰ ਦੀ ਦਾਤ ਹੈ ਗੁਰਤਾ ਗੱਦੀ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਸੱਜ ਕੇ ਫਿਰ ਬੜਿਆਂ ਦਾ ਭਲਾ ਕੀਤਾ। ਬੜਿਆਂ ਨੂੰ ਤਾਰਿਆ, ਦਰਸ਼ਨ ਦੇ ਦੇ ਕੇ ਨਿਹਾਲ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸੰਗਤਾਂ ਦਾ ਭਲਾ ਕੀਤਾ। ਅੱਜ ਵੀ ਸੱਚੇ ਪਾਤਸ਼ਾਹ ਭਲਾ ਕਰਦੇ ਨੇ ਜੇ ਕੋਈ ਪ੍ਰੇਮ ਨਾਲ ਯਾਦ ਕਰੇ। ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਆਰ ਵਾਲਾ ਵੀ ਹੈ ਤੇ ਹੁਣ ਅੰਮ੍ਰਿਤ ਵੇਲਾ ਹੈ ਸੰਗਤ ਜੀ, ਤੇ ਜੰਗਾਂ ਯੁੱਧਾਂ ਵਾਲਾ ਵੀ ਹੈ ਇਤਿਹਾਸ।
ਤੇ ਜੋ ਮਹਾਂਪੁਰਖਾਂ ਸਿੱਖਿਆ ਦਿੱਤੀ ਹੈ ਉਹ ਇਹ ਹੈ ਵੀ ਅੰਮ੍ਰਿਤ ਵੇਲੇ ਨਾਮ ਸਿਮਰਨ ਭਜਨ ਦੀ ਹੀ ਗੱਲ ਹੋਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਰੀ ਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ, ਛਠਮ ਪੀਰ ਬੈਠਾ ਗੁਰ ਭਾਰੀ। ਭਾਰੀ ਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸਤਿਗੁਰੂ ਜੀ ਦੇ ਗੁਰਤਾ ਗੱਦੀ ਦੇ ਸੱਜਣ ਦੀ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ ਹੋਵੇ। ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਆਪਾਂ ਸੰਗਤ ਕਰਦੇ ਰਹੀਏ, ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਨਾਲ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ ਉਹ ਇੱਕ ਸ਼ਬਦ ਸਰਵਣ ਕਰਾਉਣਗੇ, ਫਿਰ ਬਾਬਾ ਜੀ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਾ। ਮਹਾਰਾਜ ਜੀ ਦੀ ਮਿਹਰ ਹੋਈ ਹੈ, ਅੱਜ ਸੱਚੀ ਗੱਲ ਹੈ ਕਿ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਖੁੱਲ੍ਹਾ ਸਮਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਨਹੀਂ ਤਾਂ ਇਸ ਸਮੇਂ ਬਾਬਾ ਜੀ ਹਾਜ਼ਰੀ ਭਰ ਰਹੇ ਹੁੰਦੇ ਆ। ਸੋ ਇਹ ਵੀ ਸਮਾਂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਹੀ ਬਣਦਾ। ਮਹਾਰਾਜ ਕਿਰਪਾ ਕਰਨ, ਐਸੇ ਸਮੇਂ ਸਦਾ ਹੀ ਬਣਦੇ ਰਹਿਣ, ਸਦਾ ਬਣਦੇ ਰਹਿਣ। ਅਸੀਂ ਮਹਾਰਾਜ ਜੀ ਦੇ ਚਰਨਾਂ 'ਚ ਬਹਿ ਕੇ ਸਦਾ ਹੀ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ